ਭੋਗਪੁਰ ਦੇ ਮਸ਼ਹੂਰ ਦਸ਼ਮੇਸ਼ ਹਸਪਤਾਲ ਅਤੇ ਦਸ਼ਮੇਸ਼ ਪੇਂਟ ਐਂਡ ਆਇਰਨ ਸਟੋਰ ਵਾਲਿਆਂ ਦੇ ਪਿਤਾ ਜੀ ਮਾਸਟਰ ਸੰਤੋਖ ਸਿੰਘ ਜੀ ਪਿਛਲੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਖੰਡ ਮਿਲ ਭੋਗਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਮਾਸਟਰ ਸੰਤੋਖ ਸਿੰਘ ਜੀ ਨੂੰ ਅੰਤਮ ਸ਼ਰਧਾਂਜਲੀ ਦੇਣ ਵਾਸਤੇ ਬਹੁਤ ਵੱਡਾ ਇਕੱਠ ਹੋਇਆ। ਇਸ ਮੌਕੇ ਉਹਨਾਂ ਦੇ ਰਿਸ਼ਤੇਦਾਰ, ਸੱਜਣ ਮਿੱਤਰ, ਇਲਾਕੇ ਦੇ ਪਤਵੰਤੇ ਸੱਜਣ ਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ, ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਮਾਸਟਰ ਜੀ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਲਈ ਪਹੁੰਚੇ। ਇਸ ਮੌਕੇ ਨਗਰ ਕੌਂਸਲ ਭੋਗਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ, ਜਸਦਿਆਲ ਸਿੰਘ ਜਸ, ਕੌਂਸਲਰ ਸੁਖਜੀਤ ਸਿੰਘ, ਹਰਵਿੰਦਰ ਸਿੰਘ ਬੋਲੀਨਾ, ਭੋਗਪੁਰ ਦੇ ਸਾਬਕਾ ਐਮਐਲਏ ਸਦਰ ਕਮਲਜੀਤ ਸਿੰਘ ਲਾਲੀ, ਮੌਜੂਦਾ ਐਮਐਲਏ ਸ਼੍ਰੀ ਪਵਨ ਕੁਮਾਰ ਟੀਨੂ, ਨਕੋਦਰ ਤੋਂ ਐਮਐਲਏ ਸਦਰ ਗੁਰਪ੍ਰਤਾਪ ਸਿੰਘ ਵਡਾਲਾ ਵੀ ਉਚੇਚੇ ਤੌਰ ਤੇ ਮਾਸਟਰ ਸੰਤੋਖ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਪੇਂਟ ਕਰਨ ਲਈ ਪਹੁੰਚੇ ਅਤੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਤੋਂ ਇਲਾਵਾ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਵੱਲੋਂ ਫਾਊਂਡਰ ਮੈਂਬਰ ਸ਼੍ਰੀ ਨਰਿੰਦਰ ਕਸ਼ਯਪ, ਵਿਜੇ ਕੁਮਾਰ, ਜਗਜੀਤ ਸਿੰਘ ਲਾਟੀ, ਰਵੀ ਬਮੋਤਰਾ, ਕਸ਼ਯਪ ਕ੍ਰਾਂਤੀ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸੁਜਾਤਾ ਬਮੋਤਰਾ ਵੀ ਸ਼ਾਮਲ ਸਨ। ਮਾਸਟਰ ਸੰਤੋਖ ਸਿੰਘ ਜੀ ਦਾ ਜਨਮ 2 ਜਨਵਰੀ 1938 ਨੂੰ ਭੋਗਪੁਰ ਦੇ ਨੇੜਲੇ ਪਿੰਡ ਨੰਗਲ ਫਰੀਦ ਵਿਖੇ ਹੋਇਆ। ਮੁੱਢਲੀ ਸਿੱਖਿਆ ਆਪ ਜੀ ਨੇ ਪਿੰਡ ਤੋਂ ਹੀ ਹਾਸਿਲ ਕੀਤੀ ਅਤੇ ਇਸ ਤੋਂ ਅੱਗੇ ਇਹਨਾਂ ਨੇ ਜੇਬੀਟੀ ਦਾ ਟੈਸਟ ਪਾਸ ਕਰਕੇ ਸਕੂਲ ਵਿੱਚ ਬਤੌਰ ਅਧਿਆਪਕ ਨੌਕਰੀ ਸ਼ੁਰੂ ਕੀਤੀ। ਆਪ ਜੀ ਦੀਆਂ ਵਿਦਿਅਕ ਖੇਤਰ ਵਿੱਚ ਬਹੁਤ ਹੀ ਵਧੀਆਂ ਸੇਵਾਵਾਂ ਰਹੀਆਂ, ਜਿਸ ਕਰਕੇ ਆਪ ਜੀ ਮੁੱਖ ਅਧਿਆਪਕ ਵੀ ਪ੍ਰਮੋਟ ਹੋਏ ਅਤੇ ਇਸੇ ਹੀ ਅਹੁਦੇ ਤੋਂ ਆਪ ਜੀ ਸੇਵਾ ਮੁਕਤ ਹੋਏ। ਰਿਟਾਇਰ ਹੋਣ ਉਪਰੰਤ ਆਪ ਜੀ ਵੇਲੇ ਬੈਠ ਕੇ ਸਮਾਂ ਗੁਜ਼ਾਰਨ ਨੂੰ ਪਹਿਲ ਨਾ ਦਿੰਦੇ ਹੋਏ ਆਪਣੇ ਬੇਟੇ ਦੇ ਹਸਪਤਾਲ ਵਿਖੇ ਦਸ਼ਮੇਸ਼ ਮੈਡੀਕਲ ਹਾਲ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪ ਜੀ ਦੀ ਧਰਮ ਪਤਨੀ ਸਰਦਾਰਨੀ ਹਰਭਜਨ ਕੌਰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਤੌਰ ਮੁੱਖ ਅਧਿਆਪਕ ਰਿਟਾਇਰ ਹੋਏ ਹਨ। ਆਪ ਜੀ ਦੇ 3 ਬੇਟੇ ਸਦਰ ਓਂਕਾਰ ਸਿੰਘ ਜੀ, ਗੁਰ ਆਗਿਆਪਾਲ ਸਿੰਘ ਜੀ ਅਤੇ ਕਮਲਜੀਤ ਸਿੰਘ ਜੀ ਅਤੇ ਇੱਕ ਬੇਟੀ ਸਤਿੰਦਰ ਕੌਰ ਹੈ। ਆਪ ਜੀ ਦੇ ਵੱਡੇ ਬੇਟੇ ਸਦਰ ਓਂਕਾਰ ਸਿੰਘ ਜੀ ਭੋਗਪੁਰ ਵਿਖੇ ਦਸ਼ਮੇਸ਼ ਹਸਪਤਾਲ ਦੇ ਨਾਮ ਤੇ ਆਪਣਾ ਹਸਪਤਾਲ ਚਲਾ ਰਹੇ ਹਨ ਅਤੇ ਆਪ ਜੀ ਦੇ ਛੋਟੇ ਬੇਟੇ ਸਦਰ ਗੁਰ ਆਗਿਆਪਾਲ ਸਿੰਘ ਜੀ ਅਤੇ ਕਮਲਜੀਤ ਸਿੰਘ ਜੀ ਦੋਵੇਂ ਭਰਾ ਇਕੱਠੇ ਦਸ਼ਮੇਸ਼ ਪੇਂਟ ਐਂਡ ਹਾਰਡਵੇਅਰ ਸਟੋਰ ਦੇ ਨਾਮ ਤੇ ਆਪਣਾ ਬਿਜ਼ਨਸ ਚਲਾ ਰਹੇ ਹਨ, ਜਦੋਂ ਕਿ ਆਪ ਜੀ ਦੀ ਬੇਟੀ ਸਤਿੰਦਰ ਕੌਰ ਸਰਕਾਰੀ ਅਧਿਆਪਕ ਹਨ। ਆਪ ਜੀ ਦੇ ਬੇਟੇ ਕਮਲਜੀਤ ਸਿੰਘ ਜੀ ਦਾ ਰਾਜਨੀਤਿਕ ਖੇਤਰ ਵਿੱਚ ਹਲਕੇ ਵਿੱਚ ਚੰਗਾ ਨਾਮ ਹੈ। ਆਪ ਜੀ ਦੇ ਦਾਮਾਦ ਸਰਦਾਰ ਬਲਵਿੰਦਰ ਸਿੰਘ ਜੀ ਪੰਜਾਬ ਪੁਲਿਸ ਵਿੱਚ ਬਤੌਰ ASI ਸੇਵਾਵਾਂ ਨਿਭਾ ਰਹੇ ਹਨ। ਸਰਦਾਰ ਸੰਤੋਖ ਸਿੰਘ ਜੀ ਬਹੁਤ ਹੀ ਮਿੱਠੀ ਬੋਲੀ ਦੇ ਮਾਲਕ ਸਨ ਅਤੇ ਆਪਣੀ ਮਿੱਠੀ ਬੋਲੀ ਨਾਲ ਹਰ ਇੱਕ ਨੂੰ ਆਪਣੀ ਤਰਫ ਖਿੱਚਣ ਦੀ ਸ਼ਕਤੀ ਆਪ ਜੀ ਵਿੱਚ ਮੌਜੂਦ ਸੀ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਮਸੀਹਾ ਸਨ ਅਤੇ ਹਮੇਸ਼ਾ ਹੀ ਹਰ ਇੱਕ ਦੀ ਮਦਦ ਲਈ ਤਿਆਰ ਬਰ ਤਿਆਰ ਰਿਹਾ ਕਰਦੇ ਸਨ। ਸਰਦਾਰ ਸੰਤੋਖ ਸਿੰਘ ਜੀ ਹੁਣਾਂ ਨੇ ਜਿੰਨੀ ਵੀ ਜ਼ਿੰਦਗੀ ਇਸ ਦੁਨੀਆ ਤੇ ਬਸਰ ਕੀਤੀ, ਅਜਿਹੀਆਂ ਯਾਦਾਂ ਛੱਡ ਗਏ ਜਿਹੜੀਆਂ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ।
ਸ਼ਰਧਾਂਜਲੀ ਦੇਣ ਵਾਸਤੇ ਆਏ ਹਾਂ। ਤੁਸੀਂ ਵੀ ਆਪਣਾ ਲਾਹਾ ਪ੍ਰਾਪਤ ਕਰੋ, ਜੁੜਨਾ ਚਾਹੀਦਾ, ਕੀਰਤਨ ਗਾਉਣਾ ਚਾਹੀਦਾ। ਜਦੋਂ ਅਸੀਂ ਰਲ ਕੇ ਗਾਵਾਂਗੇ ਉਹਦਾ ਫਲ ਜ਼ਿਆਦਾ ਮਿਲਣਾ, ਜ਼ਿਆਦਾ ਲਾਹਾ ਪ੍ਰਾਪਤ। ਅੱਜ ਦੀ ਤੁਹਾਡੀ ਸਮਝੀ ਹੋਏ ਦੇਖੋ,
ਆਸ਼ਰਿਆਂ ਦੇ ਆਸ਼ਰੇ ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਓ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਆਪ ਜੀ ਦੇ ਪੁੱਤਰ ਪਾਵਨ ਚਰਨਾਂ ਕਮਲਾਂ ਪਾਸ ਅਰਦਾਸ ਦੀਨ ਦੀ ਜੋਗੜੇ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ। ਕੱਲੇ ਆਵੇ ਨਾਨਕਾ ਸਦੇ ਉੱਠੀ ਜਾਏ ਤੇ ਮਹਾਂਬਾਪ ਅਨੁਸਾਰ। ਮਾਸਟਰ ਸੰਤੋਖ ਸਿੰਘ ਜੀ ਸਤਿਗੁਰੂ ਜੀ ਜਿਤਨੇ ਆਪ ਜੀਆਂ ਨੇ ਉਹਨਾਂ ਨੂੰ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਸੀ। ਸੋ ਮਾਤ ਲੋਕ ਵਿੱਚ ਭੋਗਦੇ ਹੋਏ ਪਿਛਲੇ ਕਈ ਦਿਨਾਂ ਤੋਂ ਪਰਲੋਕ ਸੁਧਾਰ ਰਹਿ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੀ ਧਰਮ ਸੁਪਤਨੀ ਮਾਤਾ ਹਰਭਜਨ ਕੌਰ ਤਥਾ ਸਮੂਹ ਪਰਿਵਾਰ ਵੱਲੋਂ ਇਕੱਤਰ ਹੋ ਕਰਕੇ ਸਤਿਗੁਰੂ ਜੀ ਆਪ ਦੀ ਪਵਿੱਤਰ ਬਾਣੀ ਦਾ ਓਟ ਅਤੇ ਆਸਰਾ ਲੈਂਦੇ ਹੋਏ ਆਪ ਜੀ ਦੀ ਪਵਿੱਤਰ ਬਾਣੀ ਧੁਰਤੀ ਬਾਣੀ ਆਈ। ਤਿੰਨ ਸਗਲੀ ਚੰਤ ਮਕਾਈ ਦੇ ਸ੍ਰੀ ਅਖੰਡ ਜਾਪ ਆਪਣੇ ਗ੍ਰਹਿ ਵਿਖੇ ਰਖਾ ਕਰਕੇ ਭੋਗ ਤੋਂ ਉਪਰੰਤ ਕਰੀਮਵਾਰ ਗੁਰਦੁਆਰਾ ਸਾਹਿਬ ਵਿਖੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਂਬਾਗ ਅਨੁਸਾਰ ਗੁਰੂ ਦੀ ਬਾਣੀ ਦੇ ਕੀਰਤਨ ਕੀਤੇ ਗਏ ਕਰੀਮਵਾਰ। ਸਤਿਗੁਰੂ ਜੀ ਆਪ ਜੀ ਦੇ ਬਾਣੀ ਦੇ ਕੀਰਤਨ ਕਰਦੇ ਆ ਕਥਾ ਵਿਚਾਰ ਕਰਦੇ ਆ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੇ। ਬੜੇ ਸੋਈ ਬਾਣੀ ਸੱਚਖੰਡ ਵਿਖੇ ਸੋਧ ਕੇ ਪ੍ਰਵਾਨ ਕਰਨੇ। ਇਸ ਬਾਣੀ ਦਾ ਭਾਵ ਉਸ ਵਿਛੜੀ ਹੋਈ ਆਤਮਾ ਅਤੇ ਸਮੂਹ ਸੰਗਤ ਨੂੰ ਬਖਸ਼ਿਸ਼ ਕਰਨਾ। ਆਈ ਹੋਈ ਸੰਗਤ ਦੇ ਹਾਜ਼ਰੇ ਦਰ ਪਰਵਾਨ ਕਦਮ ਕਦਮ ਰੇਖੇ ਬਦਲਾਉਣੇ ਚੜ੍ਹਦੀ ਕਲਾ ਕਰਨੇ। ਕਾਮ ਕ੍ਰੋਧ ਰੋਹ ਮੋਹ ਹੰਕਾਰ ਤੋਂ ਬਚਾਉਣਾ। ਸਰਬੱਤ ਦੇ ਤਾਜ ਰਾਸ ਕਰਨੇ। ਕਿਰਪਾ ਕਰਨੀ ਸਤਿਗੁਰੂ ਜੀ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਕਮਲਾਂ ਚ ਨਿਵਾਸ ਬਖਸ਼ਣਾ। ਆਵਾਗਮਨ ਦੇ ਚੱਕਰ ਤੋਂ ਬਚਾਉਣਾ ਗਰੀਬ ਨਵਾਜ। ਪਿੱਛੇ ਪਰਿਵਾਰ ਰਿਸ਼ਤੇਦਾਰਾਂ ਨੂੰ ਧਾਨਾ ਮਨਨ ਦਾ ਬਲ ਬਖਸ਼ਣਾ। ਪਰਿਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ। ਦੁੱਖਾਂ ਕਲੇਸ਼ਾਂ ਦੇ ਨਾਸ ਚੜ੍ਹਦੀ ਕਲਾ ਸੰਗੋ ਕੇ ਸਹਾਇਤਾ। ਹਰਮਦਾਨ ਭਗਵਾਨ ਫਤਿਹ ਕਰਨੀ ਗਰੀਬਵਾਰ। ਗੁਰੂ ਕਿਰਪਾ ਸਤਿਗੁਰੂ ਜੀ ਆਪ ਜੀ ਦੇ ਦਰ ਤੇ ਭਰਾ ਪ੍ਰਸ਼ਾਦੀਆਂ ਦੇਖਾਂ ਸਜਾ ਕੇ ਹਾਜ਼ਰ ਕੀਤੀਆਂ ਗਈਆਂ ਗਰੀਬ ਨਵਾਜ। ਆਪ ਜੀ ਕਿਰਪਾ ਕਰੋ ਭੋਗ ਲਾਓ ਲੱਗੇ ਹੋਏ ਭੋਗ ਸਰਬੱਤ ਸਾਧ ਸੰਗਤ ਭਗਤਾਂ ਦੀ ਆਗਿਆ ਬਖਸ਼ਣੀ ਗਰੀਬਵਾਰ। ਕਰੋ ਕਿਰਪਾ ਆਪ ਜੀ ਆਪਣੇ ਪਵਿੱਤਰ ਹੁਕਮਨਾਮੇ ਬਖਸ਼ ਕੇ ਆਈਆਂ ਦੁਨੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ। ਸ੍ਰੀ ਪਿਆਰੇ ਮਿਲਣੇ ਜਿਨ੍ਹਾਂ ਮੇਰੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਗਏ ਸੁਖ ਹੋਵੇ। ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ। ਸਿਮਰੰਤ ਸੰਤ ਸਰਬਤਰ ਰਮਣੰਗ ਨਾਨਕ ਅਗਨਾਸ਼ਨ ਜਗਦੀਸ਼ਰ। ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਰ। ਸਿਮਰੰਤ ਸੰਤ ਸਰਬਤਰ ਰਮਣੰਗ ਨਾਨਕ ਅਗਨਾਸ਼ਨ ਜਗਦੀਸ਼ਰ। ਭੇਖਨ
शांत हर संग राज पौड़ी हर एक निरंजन गाइया सब अंतर सोई करण कारण समर्थ प्रभ जो करे सो होई तिन मैं थापदा तिस बिन नहीं कोई खंड ब्रह्मंड पताल दीप रवया सब लोई जिस आप बुझाए सो बुझ से निर्मल जन सोई खंड ब्रह्मंड पताल दीप रवया सब लोई जिस आप बुझाए सो बुझ से निर्मल जन सोई वाहिगुरु जी का खालसा वाहिगुरु जी की फतेह। ਅੱਜ ਦੀ ਇਸ ਦੁੱਖ ਭਰੇ ਸਮੇਂ ਦੇ ਵਿੱਚ ਸਾਹਿਬਾਂ ਦਾ ਉਹ ਆਸਰਾ ਲੈ ਰਹੇ ਆ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਸਾਰੇ ਸ਼ਰੀਕ ਹੋਣਾ ਹੈ ਸਾਰੀ ਸੰਗਤ ਗੁਰੂ ਸਾਹਿਬਾਂ ਦੇ ਅੱਗੇ ਸੀਸ ਝੁਕਾਉਂਦੇ ਹੋਏ ਫਤਿਹ ਦੀ ਸਾਂਝ ਪਾਈਏ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਮਾਸਟਰ ਜੀ ਸਰਦਾਰ ਸੰਤੋਖ ਸਿੰਘ ਜੀ ਜਿਹੜੇ ਪਿਛਲੇ ਦਿਨੀ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ। ਸਾਡੇ ਸਤਿਕਾਰਯੋਗ ਮਾਤਾ ਜੀ, ਉਹਨਾਂ ਦੇ ਤਿੰਨੋਂ ਬੇਟੇ ਬੇਟੀ, ਸਰਦਾਰ ਸੰਤੋਖ ਸਿੰਘ ਜੀ ਉਹਨਾਂ ਦੇ ਅਗਲੀ ਪੀੜ੍ਹੀ ਤੋਂ ਉਹਨਾਂ ਦੇ ਪੋਤਰੇ ਪੋਤਰੀਆਂ, ਅੱਜ ਸਾਰਾ ਹੀ ਪਰਿਵਾਰ ਆਪਣੇ ਪਰਿਵਾਰ ਤੋਂ ਵਿਛੜ ਚੁੱਕੇ ਆਪਣੇ ਬਜ਼ੁਰਗਾਂ ਦੀ ਅੰਤਿਮ ਅਰਦਾਸ ਦੇ ਵਿੱਚ ਗੁਰੂ ਸਾਹਿਬ ਦਾ ਉਹ ਆਸਰਾ ਲੈ ਰਹੇ ਹਨ। ਜ਼ਿੰਦਗੀ ਦੇ 83 ਸਾਲ ਤੇ 7 ਮਹੀਨੇ ਦਾ ਸਫ਼ਰ ਸਰਦਾਰ ਸੰਤੋਖ ਸਿੰਘ ਜੀ ਹੋਰਾਂ ਨੇ ਕੱਢਿਆ ਔਰ ਜੇ ਮੈਂ ਕਹਾਂ ਕਿ ਬੜਾ ਸ਼ਾਨਦਾਰ ਸਫ਼ਰ ਉਹਨਾਂ ਦੀ ਜ਼ਿੰਦਗੀ ਦਾ ਰਿਹਾ, ਇਹਦੇ ਵਿੱਚ ਕੋਈ ਦੋ ਰਾਹ ਨਹੀਂ। ਪਿੰਡ ਉਹਨਾਂ ਦਾ ਨੰਗਲ ਫਰੀਦ ਗੜੀ, ਜਿੱਥੋਂ ਦੀ ਉਹਨਾਂ ਦੀ ਪੈਦਾਇਸ਼, ਜਿੱਥੋਂ ਦੀ ਆਪਣਾ ਮੁੱਢਲਾ ਜੀਵਨ, ਪਰ ਉਸ ਤੋਂ ਬਾਅਦ ਫਿਰ ਭੋਪਰ ਵਿਖੇ ਆ ਕੇ ਮੈਡੀਕਲ ਸਟੋਰ ਰਿਸ਼ਵੇਸ਼ ਹਸਪੀਟਲ ਤੋਂ ਸ਼ੁਰੂ ਜਦੋਂ ਸਫ਼ਰ ਇੱਥੋਂ ਕੀਤਾ ਹੈ ਕਿ ਫਿਰ ਅੱਗੇ ਚੇਨ ਦਾ ਚੇਨ ਇਹ ਜਿਹੜੀ ਅੱਗੇ ਚੱਲਦੀ ਗਈ, ਜਿੱਥੇ ਕਾਰੋਬਾਰਾਂ ਦੇ ਵਿੱਚ ਬਹੁਤ ਬੁਲੰਦੀਆਂ ਹਾਸਲ ਕੀਤੀਆਂ ਇਸ ਪਰਿਵਾਰ ਨੇ, ਉੱਥੇ ਨਾਲ ਹੀ ਐਜੂਕੇਸ਼ਨ ਦੇ ਵਿੱਚ ਵੀ ਇਸ ਪਰਿਵਾਰ ਦਾ ਇੱਕ ਵੱਡਾ ਨਾਂ ਹੈ। ਮੈਂ ਨਾਂ ਤਾਂ ਕਹਿ ਰਿਹਾ ਕਿਉਂਕਿ ਸਤਿਕਾਰਯੋਗ ਬਜ਼ੁਰਗ ਸਰਦਾਰ ਸੰਤੋਖ ਸਿੰਘ ਜੀ, ਕਿਉਂਕਿ ਉਹ ਆਪ ਹੀ ਟੀਚਰ ਰਹੇ, ਉਹਨਾਂ ਨੇ ਐਜੂਕੇਸ਼ਨ ਜਿਹੜੀ ਹੈ ਉਹਦੇ ਵਿੱਚ ਆਪਣਾ ਜਿਹੜਾ ਯੋਗਦਾਨ ਦਿੱਤਾ ਹੈ, ਬੱਚਿਆਂ ਨੂੰ ਸਿੱਖਿਅਤ ਕੀਤਾ ਹੈ। ਪਰ ਉਸ ਤੋਂ ਅਗਲੀ ਪੀੜ੍ਹੀ ਦੇ ਵਿੱਚ ਜਿੱਥੇ ਉਹਨਾਂ ਨੇ ਕਾਰੋਬਾਰਾਂ ਵਿੱਚ ਬਹੁਤ ਵੱਡੀਆਂ ਮੱਲਾਂ ਪਾਈਆਂ, ਉਹਨਾਂ ਦੀ ਤੀਸਰੀ ਪੀੜ੍ਹੀ, ਉਹਨਾਂ ਦੇ ਪੋਤਰੇ ਪੋਤਰੀਆਂ ਅੱਜ ਡਾਕਟਰ ਨੇ, ਇੰਜੀਨੀਅਰ ਨੇ, ਔਰ ਲਗਾਤਾਰ ਉਹਨਾਂ ਨੇ ਉਸ ਮਿਸਾਲ ਨੂੰ ਕਾਇਮ ਰੱਖਿਆ। ਜਿੱਥੇ ਉਹਨਾਂ ਨੇ ਐਜੂਕੇਸ਼ਨ ਦੇ ਵਿੱਚ ਬੜੀਆਂ ਅੱਛੀਆਂ ਡਿਗਰੀਆਂ ਲਈਆਂ, ਉੱਥੇ ਡਿਗਰੀ ਉਹਨਾਂ ਨੇ ਹੋਰ ਬੜੀ ਚੰਗੀ ਜਿਹੜੀ ਉਹਨਾਂ ਦੇ ਕੋਲ ਹੈ, ਜਿਹੜੀ ਮੈਂ ਮਹਿਸੂਸ ਕਰਦਾ ਕਿ ਆਪਾਂ ਸਾਰੇ ਸ਼ਾਇਦ ਮਹਿਸੂਸ ਕਰੀਏ, ਕਿਉਂਕਿ ਇਹ ਉਸੇ ਡਿਗਰੀ ਦਾ ਅੱਜ ਇਕੱਠ ਹੈ ਜਿਹੜਾ ਅੱਜ ਇੱਥੇ ਸਾਰੇ ਬਜ਼ੁਰਗਾਂ ਨੂੰ ਸ਼ਬਦਾਂ ਦੀ ਫੁੱਲ ਭੇਟ ਕਰ ਰਿਹਾ ਹੈ। ਉਹ ਡਿਗਰੀਆਂ ਲਿਆਕਤ ਦੀ, ਪਿਆਰ ਦੀ, ਇਤਫਾਕ ਦੀ। ਇਸ ਪਰਿਵਾਰ ਦੇ ਚਾਹੇ ਅਸੀਂ ਬਜ਼ੁਰਗਾਂ ਨੂੰ ਮਿਲਦੇ ਸੀ, ਚਾਹੇ ਅੱਗੇ ਡਾਕਟਰ ਸਾਹਿਬ ਨੂੰ, ਕਮਲਜੀਤ ਭਾਜੀ ਉਹਨਾਂ ਨੂੰ, ਧਿਆਨ ਭਾਜੀ ਨੂੰ, ਸਾਰਿਆਂ ਨੂੰ ਮਿਲਦੇ ਸੀ, ਜਾਂ ਫਿਰ ਅੱਗੇ ਉਸ ਤੋਂ ਅੱਗੇ ਜਾ ਕੇ ਜਿਹੜੇ ਉਹਨਾਂ ਦੇ ਬੱਚੇ ਨੇ, ਜੇ ਉਹਨਾਂ ਨੂੰ ਵੀ ਅੱਜ ਮਿਲਦੇ ਆ ਤੇ ਉਹਨਾਂ ਦੇ ਵਿੱਚ ਵੀ ਓਨਾ ਹੀ ਨਿੱਘ ਹੈ, ਓਨਾ ਹੀ ਪਿਆਰ ਹੈ। ਬਹੁਤ ਘੱਟ, ਬੜਾ ਰੇਅਰ ਹੁੰਦਾ ਹੈ ਕਿ ਇਹ ਦੋ ਡਿਗਰੀਆਂ ਜਿਹੜੀਆਂ ਇਹ ਬੈਲੈਂਸ ਕਿਸੇ ਪਰਿਵਾਰ ਦੇ ਵਿੱਚ ਹੋਣ। ਪਰ ਪਰਮਾਤਮਾ ਦਾ ਸ਼ੁਕਰ ਹੈ, ਅਦਾ ਕਰਨਾ ਚਾਹੀਦਾ, ਕਿਉਂਕਿ ਇਸ ਪਰਿਵਾਰ ਦੇ ਵਿੱਚ ਸਰਦਾਰ ਸੰਤੋਖ ਸਿੰਘ ਜੀ ਹੋਰਾਂ ਨੇ, ਬਜ਼ੁਰਗਾਂ ਨੇ ਜਿਹੜੀ ਸੇਧ ਦਿੱਤੀ ਸੀ, ਉਸ ਸੇਧ ਨੂੰ ਅੱਗੇ ਲੈ ਕੇ ਇਹ ਪਰਿਵਾਰ ਅੱਗੇ ਚੱਲ ਰਿਹਾ ਹੈ। ਉਹਨਾਂ ਦੇ ਜਾਣ ਦਾ ਬਹੁਤ ਵੱਡਾ ਦੁੱਖ ਹੈ ਔਰ ਸਾਡਾ ਸਾਰੇ ਹੀ ਰਾਜਨੀਤਿਕ, ਧਾਰਮਿਕ, ਸਮਾਜਿਕ ਸਾਰੇ ਹੀ ਦੋਸਤ ਮਿੱਤਰ ਰਿਸ਼ਤੇਦਾਰ ਅੱਜ ਇੱਥੇ ਪਹੁੰਚੇ ਹੈ। ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਪਹਿਲਾਂ ਵੀ ਕਾਫੀ ਸਮਾਂ ਹੋ ਚੁੱਕਾ। ਮੈਂ ਬੇਨਤੀ ਕਰਾਂਗਾ
ਸਾਡੇ ਭੋਗਪੁਰ ਨਗਰ ਕੌਂਸਲ ਦੇ ਰਹਿ ਚੁੱਕੇ ਪ੍ਰਧਾਨ ਪਰਮਿੰਦਰ ਸਿੰਘ ਜੀ ਕਰਵਲ, ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਉਹ ਆ ਕੇ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ। ਸਰਦਾਰ ਪਰਮਿੰਦਰ ਸਿੰਘ ਜੀ ਕਰਵਲ। ਮੇਰੇ ਤੋਂ ਪਹਿਲੋਂ ਸਤਿਕਾਰਯੋਗ ਪ੍ਰੀਤਮ ਸਾਹਿਬ ਨੇ ਸਾਰੇ ਪਰਿਵਾਰ ਬਾਰੇ ਦੱਸਿਆ ਗਿਆ। मैं बहुत लंबा समा नहीं लेना चाहता क्योंकि गर्मी बहुत है। सरदार संतोख सिंह ते सरदार तरसेम सिंह, इन्हों का साडे इलाके में बहुत बड़ा नाम है। सरदार संतोख सिंह जी ने सरदार तरसेम सिंह जी ने जिन्होंने सारी जिंदगी बेहाचा मेहनत की, बड़ी शान नाल बड़ी शलाघायोग इलाके वास्ते काम किए, परिवार वास्ते किए। अजी मैं मेरे सामने दसिया कि सारा परिवार करना या कल स्टडी कही या विद्या के लिए बहुत शलाघायोग नाम मैनू भी तो मेरे परिवार को भी। इन्होंने तकरीबन 40 ਤੋਂ 50 साल साढ़े परिवार संबंध होंगे जिथे सरदार तरसेम सिंह जी, कामरेड तरसेम सिंह जी एक इलाके का बहुत इलाके का नहीं पंजाब में नाम से उन्होंने भराता से बहुत ईमानदार व्यक्तियों के हाँ, जिससे मैं अपने वालों श्रोमणी अकाली दल शहरी जथेबंदी वालों उन्होंने श्रद्धा के फुल भेंट करना, गुरु महाराज के चरणों अरदास करना कि सतगुरु कृपा कर पिछले गुरु अपने चरणों से वाज बख्शन। वाहिगुरू जी का खालसा, वाहिगुरू जी की फतेह। ਅੱਜ ਦੇ ਸੰਤਮ ਅਰਦਾਸ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਇਸ ਹਲਕੇ ਦੇ ਐਮਐਲਏ ਸ਼੍ਰੀ ਪਵਨ ਕੁਮਾਰ ਜੀ ਗਿੱਦੂ ਜੀ, ਬਹੁਤ ਹੀ ਸਤਿਕਾਰਯੋਗ ਐਕਸ ਐਮਐਲਏ ਸਰਦਾਰ ਕਮਲਜੀਤ ਸਿੰਘ ਜੀ ਲਾਲੀ ਜੀ, ਉਹ ਵੀ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਹੋਏ ਨੇ। ਬਹੁਤ ਸਾਰੀਆਂ ਹੋਰ ਵੀ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੇ ਨੇ, ਉਹਨਾਂ ਦਾ ਮੈਂ ਨਾਵਾਂ ਦੇ ਵਿੱਚ ਜ਼ਿਕਰ ਕਰਦਾ ਜਾਵਾਂਗਾ। ਮੈਂ ਬੇਨਤੀ ਕਰਾਂਗਾ ਸਤਿਕਾਰਯੋਗ ਕਾਮਰੇਡ ਹਰਜਿੰਦਰ ਸਿੰਘ ਜੀ ਮੌਜੀ, ਉਹ ਵੀ 2 ਮਿੰਟ ਲਈ ਆ ਕੇ ਜਿਹੜੀ ਹੈ ਉਹ ਸ਼ਰਧਾ ਦੇ ਨਾਲ ਬੈਠਾ ਪਹੁੰਚੀ। ਅੱਜ ਅਸੀਂ ਮਹਾਨ ਸ਼ਖਸੀਅਤ ਜਿਹੜੇ ਮੇਰੇ ਗੁਆਂਢੀ ਪਿੰਡ ਨਜ਼ਦੀਕ ਜਿਹਨੂੰ ਬੜੀ ਵੀ ਕਹਿੰਦੇ ਆ, ਉੱਤੇ ਜਨਮੇ ਪੈਦਾ ਹੋਏ, ਬੜੇ ਹੋਏ, ਪੜ੍ਹੇ ਲਿਖੇ ਅਤੇ ਰੁਜ਼ਗਾਰ ਪ੍ਰਾਪਤ ਕਰਦਿਆਂ ਹੋਇਆ ਉਹ ਮਾਸਟਰ ਬਣੇ। ਮਾਸਟਰ ਬਣਨ ਤੋਂ ਬਾਅਦ ਉਹਨਾਂ ਨੇ ਇਸ ਕਾਰਨ ਹੈ ਕਿ ਵਿਆਹ ਕੇ ਬੱਚੇ ਪੈਦਾ ਹੋਏ। ਬੱਚੇ ਪੈਦਾ ਹੋਣ ਤੋਂ ਬਾਅਦ ਉਹਨਾਂ ਨੇ ਆਪਣੇ ਬੱਚਿਆਂ ਨੂੰ ਸਹਿਜ ਰੁਜ਼ਗਾਰ ਤੱਕ ਪਹੁੰਚਾਇਆ ਔਰ ਉੱਥੋਂ ਤੱਕ ਪਹੁੰਚਦਿਆਂ ਹੋਇਆ ਕਿਸੇ ਕਿਸਮ ਦੀ ਵੀ ਇੱਕ ਕਦੇ ਦੀ ਇੱਕ ਪੈਸੇ ਦੀ ਜਿਹੜਾ ਵੀ ਉਹਨਾਂ ਨੇ ਬਿਲਕੁਲ ਨਹੀਂ ਕੀਤੀ। ਇਸ ਗੱਲ ਦੀ ਸਾਨੂੰ ਪੂਰੀ ਤਸੱਲੀ ਹੈ। ਔਰ ਇਹਨਾਂ ਕੰਮ ਕਰਦਿਆਂ ਉਹਨਾਂ ਦੇ ਭਰਾ ਨੇ ਕਿਸੇ ਵੇਲੇ ਇੱਕ ਪਲਾਟ ਲਿਆ ਸੀ, ਉਹਦੇ ਵਿੱਚ ਉਹਨਾਂ ਨੇ ਕਾਮਰੇਡ ਤਰਸੇਮ ਸਿੰਘ ਹੋਰਾਂ ਨੇ ਆਪਣੇ ਭਰਾ ਦਾ ਹਿੱਸਾ ਦਿੱਤਾ। ਔਰ ਉਹ ਹਿੱਸਾ ਦੇ ਵਿੱਚ ਕਿਸੇ ਵੇਲੇ ਕਾਰੋਬਾਰ ਉਹਨਾਂ ਨੇ ਸਰਕਾਰੀ ਤੌਰ 'ਤੇ ਉਹ ਲੀਜ਼ 'ਤੇ ਦਿੱਤਾ ਸੀ ਅਤੇ ਬਾਅਦ ਵਿੱਚ ਬੜੀ ਮੁਸ਼ਕਿਲ ਨਾਲ ਸਰਕਾਰ ਤੋਂ ਛਡਾਇਆ ਅਤੇ ਉਹ ਛਡਾਉਣ ਤੋਂ ਬਾਅਦ ਉੱਥੇ ਆਪਣੇ ਬੱਚਿਆਂ ਦੇ ਕਾਰੋਬਾਰ ਉਹਨਾਂ ਨੇ ਸੈੱਟ ਕੀਤੇ। ਅਤੇ ਸਾਨੂੰ ਪਤਾ ਲੱਗਾ ਕਿ ਆਪਣੇ ਜਿਹੜੇ ਡਾਕਟਰ ਸਾਹਿਬ ਕਾਰਜ ਮੋਨੀ ਕੌਣ ਆ, ਕਮਲਜੀਤ ਭਾਜੀ ਕੌਣ ਆ, ਤੀਸਰੇ ਭਾਈ ਜਿਹੜੇ ਸਾਡੇ ਪਿੰਡੀ ਵਿਆਹੇ ਆ, ਉਹਨਾਂ ਬਾਰੇ ਸਾਨੂੰ ਪਤਾ ਲੱਗਾ ਕਿ ਸਾਨੂੰ ਉਸ ਕਰਕੇ ਪੂਰੀ ਖੁਸ਼ੀ ਆ, ਪੂਰੀ ਸਦੀ ਆ ਕਿ ਸਾਰੇ ਬੱਚੇ ਕਹਿਣੇਕਾਰ ਆ, ਮਾਂ ਬਾਪ ਦੇ ਸਪੂਤ ਬਣ ਕੇ ਪੂਰਾ ਕੰਮ ਕਰਕੇ ਸੋਸਾਇਟੀ ਦੇ ਦੇਖਣਗੇ, ਡੀਏ ਢੱਡੇ ਦੀ ਮਦਦ ਵੀ ਕਰਨਗੇ। ਔਰ ਇਹ ਕਰਦਿਆਂ ਹੋਇਆ ਉਮੀਦ ਉਹਨਾਂ ਨੇ ਜੇ ਆਪਣਾ ਰੁਜ਼ਗਾਰ ਸੈੱਟ ਕੀਤਾ ਅਤੇ ਬਾਖੂਬੀ ਸੈੱਟ ਕੀਤਾ ਅਤੇ ਉਹਦੇ ਵਿੱਚ ਕਿਸੇ ਵੀ ਕਿਸਮ ਦੀ ਜਿਹੜਾ ਬਿਲਕੁਲ ਨਹੀਂ। ਮੇਰੇ ਤੋਂ ਪਹਿਲਾਂ ਵੋਟਰ ਬਣੇ ਦੱਸਿਆ ਕਿ ਇਸ ਨਗਰ ਪਰਿਵਾਰ ਦੇ 2-3 ਕੈਂਡੀਡੇਟ ਬਣ ਚੁੱਕੇ ਆ, ਯੂਨੀਅਨ ਬਣ ਚੁੱਕੇ ਆ। ਇਸ ਪਾਸੋਂ ਸਾਨੂੰ ਪੂਰੀ ਤਸਵੀਰ ਆ ਕਿ ਇਸ ਪਰਿਵਾਰ ਨੇ ਆਪਣੀ ਹੱਕ ਹਲਾਲ ਦੀ ਨੁਮਾਇੰਦਗੀ ਕਰਦਿਆਂ ਹੋਇਆ ਆਪਣੇ ਬੱਚਿਆਂ ਨੂੰ ਸਹਿਜ ਰੁਜ਼ਗਾਰ ਕੀਤਾ ਔਰ ਉਹ ਆਉਣ ਵਾਲੇ ਸਮੇਂ 'ਤੇ ਇਸ ਸਮਾਜ ਦੀ ਸੇਵਾ ਕਰਦੇ ਰਹਿਣਗੇ। ਮੈਂ ਕਿਸੇ ਤੋਂ ਗੱਲਾਂ ਹੋਰ ਕਹਿਣੀਆਂ ਇਹ ਆ ਕਿ ਜਦੋਂ ਸਾਨੂੰ ਪਤਾ ਹੈ ਕਿ ਅਸੀਂ ਖਾਲੀ ਹੱਥ ਆਏ ਹਾਂ ਅਤੇ ਖਾਲੀ ਹੱਥ ਹੀ ਜਾਣਾ ਅਤੇ ਫਿਰ ਭਾਈ ਅਸੀਂ ਇੱਧਰ ਦੁਨੀਆਂ ਗੱਲਾਂ ਕਿਉਂ ਕਰਦੇ ਹਾਂ, ਕਿਉਂ ਉਸ ਪਾਸੇ ਤੁਰਦੇ ਹਾਂ ਕਿ ਕੋਈ ਨਾ ਕੋਈ ਐਸਾ ਕੰਮ ਕਰਕੇ ਜਾਈਏ ਜਿਹਦੇ ਨਾਲ ਸਾਨੂੰ ਮਰਿਆ ਤੋਂ ਬਾਅਦ ਕੋਈ ਕਿਤੇ ਕਰ ਜੂਗਾ। ਪਰ ਅਸੀਂ ਉਸ ਪਾਸੇ ਨੂੰ ਨਹੀਂ ਸੋਚਦੇ, ਅਸੀਂ ਹੋਰ ਪਾਸੇ ਨੂੰ ਆਪਣਾ ਧਿਆਨ ਕਰਾ ਦਿੰਦੇ ਹਾਂ ਕਿਉਂਕਿ ਜੇ ਇਸ ਪਾਸੇ ਨਾ ਕਰਾਂਗੇ ਸਾਡੀ ਸੋਸਾਇਟੀ ਦੇ ਸਾਡੇ ਕਾਰੋਬਾਰ ਜਿਹੜੇ ਆ ਉਹ ਰੁਕ ਜਾਣਗੇ। ਇਹ ਕਰਨੀ ਵੀ ਜ਼ਰੂਰੀ ਆ, ਪਰ ਮੈਂ ਇੱਕੋ ਗੱਲ ਦੇ ਉੱਤੇ ਜ਼ੋਰ ਦੇਣਾ ਚਾਹੁੰਦਾ ਕਿ ਕੰਮ ਜਿਹੜਾ ਮਰਜ਼ੀ ਕਰੋ ਪਰ ਕਰੋ ਇਮਾਨਦਾਰੀ ਦੇ ਨਾਲ। ਜੇ ਤੁਸੀਂ ਇਮਾਨਦਾਰੀ ਦਾ ਪੱਲਾ ਫੜੋਗੇ ਇਹ ਸਾਰੇ ਕੰਮ ਤੁਹਾਡੇ ਆਪਣੇ ਆਪ ਹੀ ਸੈੱਟ ਹੁੰਦੇ ਜਾਣਗੇ। ਔਰ ਉਹ ਕਰਦਿਆਂ ਹੋਇਆ
ਤੁਹਾਡਾ ਸਮਾਜ ਦੇ ਵਿੱਚ ਕੋਈ ਤੁਹਾਡੇ ਵੱਲ ਨੂੰ ਪ੍ਰਤੱਖ ਨਹੀਂ ਕਰਦਾ, ਤੁਹਾਡੀ ਜਲਦੀ ਹੋਏਗੀ, ਸ਼ੋਭਾ ਹੋਏਗੀ। ਔਰ ਇਹ ਗੱਲ ਕਹਿੰਦਾ ਹੋਇਆ ਮੈਂ ਆਪਣੇ ਭਰਾਵਾਂ ਤੋਂ, ਤਿੰਨਾਂ ਭਰਾਵਾਂ ਤੋਂ ਇਹੀ ਆਖਾਂਗਾ ਕਿ ਤੁਸੀਂ ਬਈ ਆਪਣੇ ਮਾਪਿਆਂ ਦੇ ਸਪੁੱਤ ਬਣ ਕੇ ਲੋਕਾਂ ਨੂੰ ਦਿਖਾਉਣਾ, ਤੇ ਕੋਈ ਵੀ ਪਰਿਵਾਰ ਦੀ ਗੱਲ ਜਿਹੜੀ ਘਰੋਂ ਬਾਹਰ ਨਹੀਂ ਨਿਕਲ ਕੇ ਆਉਣੀ ਚਾਹੀਦੀ। ਤੇ ਇਸੇ ਗੱਲ ਨਾਲ ਹੀ ਤੁਹਾਡੀ ਉਹਨਾਂ ਮਹਾਨ ਸ਼ਖਸੀਅਤਾਂ ਨੂੰ, ਅੰਮ੍ਰਿਤਸਰ ਸਿੰਘ ਨੂੰ, ਸੰਦੋਖ ਭਾਜੀ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਇਹੀ ਹੁੰਦਾ ਗਿਆ ਕਿ ਤੁਸੀਂ ਉਹਦੇ ਸਪੁੱਤ ਬਣ ਕੇ ਦਿਖਾਓ। ਇਹੀ ਗੱਲ ਕਹਿੰਦਾ ਹੋਇਆ ਮੈਂ ਅੰਤ ਅਰਦਾਸ ਵਿੱਚ ਸ਼ਾਮਲ ਹੁੰਦਾ ਹੋਇਆ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੇਅਰਮੈਨ ਬਲਾਕ ਸੰਮਤੀ ਬਲਵੀਰ ਸਿੰਘ ਦੀ ਖੋਜਾ, ਜਸਵੀਰ ਸਿੰਘ ਜੀ ਹੰਸ, ਪਰਮਿੰਦਰ ਸਿੰਘ ਜੀ ਬੱਲੀ ਵਾਈਸ ਚੇਅਰਮੈਨ, ਸ਼ੁਗਰਮਿਲ ਭੋਪਰ, ਔਰ ਉਹਨਾਂ ਵੱਲੋਂ ਸਤਿਕਾਰਯੋਗ ਸ਼੍ਰੀ ਮਹਿੰਦਰ ਸਿੰਘ ਜੀ ਜੇਪੀ ਉਹਨਾਂ ਦਾ ਸੋਗ ਸੰਦੇਸ਼ ਵੀ ਆਇਆ ਪਰਿਵਾਰ ਦੇ ਲਈ। ਸਰਦਾਰ ਕਮਲਜੀਤ ਸਿੰਘ ਜੀ ਡੱਲੀ, ਅਰੋੜਾ ਜੀ, ਬਲਵਿੰਦਰ ਸਿੰਘ ਜੀ ਭੰਗੂ ਪ੍ਰੈਸ ਤੋਂ ਸਾਰੇ ਇੱਥੇ ਹਾਜ਼ਰੀ ਭਰਨ ਲਈ ਆਏ ਨੇ। ਸਤਿਕਾਰਯੋਗ ਇੰਦਰਜੀਤ ਮਹਿਤਾ ਜੀ, ਸੁਸ਼ੀਲ ਪ੍ਰਭਾਕਰ ਜੀ, ਵਿਸ਼ਾਲ ਅਗਰਵਾਲ ਜੀ, ਸਾਰੇ ਹੀ ਸਤਿਕਾਰਯੋਗ ਨੇ। ਔਰ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਪਹੁੰਚੇ ਨੇ ਰਕੇਸ਼ ਮਹਿਤਾ ਜੀ। ਸੋ ਮੈਂ ਹੁਣ ਬੇਨਤੀ ਕਰਾਂ ਸਾਡੇ ਇਸ ਹਲਕੇ ਦੇ ਸਾਬਕਾ ਐਮਐਲਏ ਸਰਦਾਰ ਕਮਲਜੀਤ ਸਿੰਘ ਜੀ ਲਾਲੀ, ਉਹ ਆ ਕੇ ਬਜ਼ੁਰਗਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਜਿਹੜੇ ਆ ਉਹ ਭੇਟ ਕਰਨਗੇ। ਸਰਦਾਰ ਕਮਲਜੀਤ ਸਿੰਘ ਜੀ ਲਾਲੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਰਦਾਰ ਸੰਤੋਖ ਸਿੰਘ ਉਹਨਾਂ ਦੀ ਅੰਤਮ ਅਰਦਾਸ 'ਚ ਇਕੱਤਰ ਹੋਏ। ਸਰਦਾਰ ਸੰਤੋਖ ਸਿੰਘ ਜਿਹੜੀ ਮੈਂ 1993 'ਚ ਸਰਪੰਚ ਬਣਿਆ ਸੀ ਤੇ 94 'ਚ ਇਸ ਇਲਾਕੇ 'ਚ ਵਿਜ਼ਿਟ ਲੱਗਾ ਸੀ। ਮੇਰੇ ਐਮਐਲਏ ਸਾਹਿਬ ਬੈਠੇ ਨੇ, ਅਸੀਂ ਦੋਨੇ ਭਰਾ ਇਕੱਠੇ 93 ਸਰਪੰਚ ਹੋਏ ਸੀ। ਤੇ 94 'ਚ ਜਦੋਂ ਮੈਂ ਆਇਆ ਤੇ ਮੈਨੂੰ ਸਰਦਾਰ ਸੰਤੋਖ ਸਿੰਘ ਉਹਨਾਂ ਨਾਲ ਮੁਲਾਕਾਤ ਹੋਈ। ਬੜਾ ਨਿਮਰਤਾ ਜਿਹਾ ਉਹਨਾਂ ਦਾ ਸੁਭਾਅ ਤੇ ਇੰਨਾ ਵਧੀਆ ਵੀ ਉਹਨਾਂ ਦਾ ਬੇਟਾ ਵੱਡਾ ਕਮਲ ਜੀ ਬਹੁਤ ਜ਼ਿਆਦਾ ਮੈਨੂੰ ਸਭ ਤੋਂ ਵੱਡੀ ਤਾਂ ਇਹ ਗੱਲ ਹੈ ਭਈ ਜੋ ਮਾਂ-ਬਾਪ ਦੀ ਸਿੱਖਿਆ ਹੁੰਦੀ ਹੈ ਨਾ, ਹਰ ਇੱਕ ਇਨਸਾਨ ਇਹ ਕਹਿੰਦਾ ਤੈਨੂੰ ਤੇਰੇ ਮਾਂ-ਬਾਪ ਨੇ ਕੁਝ ਸਿਖਾਇਆ ਕਿ ਨਹੀਂ। ਉਹ ਇਸ ਪਰਿਵਾਰ ਦੀ ਇੱਕ ਜ਼ਰੂਰੀ ਤੋਂ ਪਤਾ ਲੱਗਦਾ ਵੀ ਸਾਰਾ ਪਰਿਵਾਰ ਇਕੱਠਾ ਰਹਿੰਦਾ, ਕਿਸੇ ਨੂੰ ਕੋਈ ਇੱਦਾਂ ਦੀ ਨਹੀਂ ਗੱਲ, ਔਰ ਹਰ ਬੰਦੇ ਤੇ ਛੋਟਾ ਇੱਕ ਦੂਜੇ ਦੀ ਇੱਜ਼ਤ ਕਰਦਾ। ਇਹ ਸਰਦਾਰ ਸੰਤੋਖ ਸਿੰਘ ਉਹਨਾਂ ਦੀ ਦੇਣ ਆ, ਉਹਨਾਂ ਦੀ ਵਾਈਫ ਵੀ ਦੇਣ ਆ। ਜੋ ਮਰਜ਼ੀ ਹੈ ਇਹ ਜੋ ਵੀ ਆਪਾਂ ਕਰਦੇ ਹਾਂ ਇੱਥੇ ਹੀ ਸਭ ਕੁਝ ਰਿਜ਼ਲਟ ਮਿਲਦਾ। ਠੀਕ ਹੈ, ਮੌਤ ਆ, ਕਦੀ ਕਿਸੇ ਦੀ ਜਲਦੀ ਆ ਜਾਂਦੀ, ਕਿਸੇ ਦੀ ਘੱਟ ਆ ਜਾਂਦੀ, ਇਹ ਤਾਂ ਪਰਮਾਤਮਾ ਦੀ ਦੇਣ ਆ। ਕੱਚੀ ਫਸਲ ਵੀ ਵੱਢ ਲੈਂਦਾ ਤੇ ਪੱਕੀ ਵੀ ਵੱਢ ਲੈਂਦਾ। ਜਦੋਂ ਇਨਸਾਨ ਸ਼ਮਸ਼ਾਨ ਘਾਟ ਨੂੰ ਜਾਂਦਾ ਹੈ, ਜਿਹਨੇ ਚੰਗੇ ਕੰਮ ਕੀਤੇ ਹੁੰਦੇ ਲੋਕੀ ਯਾਦ ਕਰਦੇ ਹੁੰਦੇ, ਤੇ ਜਿਹਨੇ ਮਾੜੇ ਕੀਤੇ ਹੁੰਦੇ ਉਹਨੂੰ ਦਰਕਾਰਦੇ ਹੁੰਦੇ ਵੀ ਚੰਗਾ ਹੋ ਗਿਆ ਕਰੋ ਲੱਗਾ। ਇਹ ਸਰਦਾਰ ਸੰਤੋਖ ਸਿੰਘ ਜੀ ਇੱਦਾਂ ਦੇ ਇਨਸਾਨ ਸਨ ਜਿਨ੍ਹਾਂ ਨੇ ਕਦੀ ਵੀ ਇੱਦਾਂ ਦਾ ਦੋਨੋਂ ਵੀ ਨਹੀਂ ਜਾਣਾ ਕਿਸੇ ਫੈਸਲੇ 'ਚ। ਇਹਨਾਂ ਨੇ ਕਦੀ ਵੀ ਇੱਦਾਂ ਦੀ ਗੱਲ ਨਹੀਂ ਕਰਨੀ। ਇਹਨਾਂ ਨੇ ਕਹਿਣਾ ਨਹੀਂ ਮੈਨੂੰ ਆਪਾਂ ਇੱਦਾਂ ਕਰ ਲਈਏ, ਇਸ ਤਰ੍ਹਾਂ ਕਰਕੇ ਮਸਲਾ ਸੁਲਝਾਉਣਾ ਚਾਹੀਦਾ। ਬਹੁਤ ਵਧੀਆ ਸ਼ਖਸੀਅਤ ਸਾਡੇ ਵਿੱਚੋਂ ਅੱਜ ਚਲੀ ਗਈ ਹੈ, ਜਿਹੜੀ ਕਿ ਇਨਸਾਨ ਬਹੁਤ ਹੁੰਦੇ ਯਾਦ ਲੋਕੀ ਉਹਨਾਂ ਨੂੰ ਕਰਦੇ ਜਿਹੜੇ ਪੈਰਾਂ ਛੱਡ ਕੇ ਜਾਂਦੇ, ਤੇ ਉਹਨਾਂ ਪੈਰਾਂ ਤੇ ਕੁੜੀਆਂ ਤੇ ਲੋਕੀ ਮਗਰ ਤੁਰਦੇ ਆ ਵੀ ਆਪਾਂ ਵੀ ਇਸ ਤਰ੍ਹਾਂ ਕਰਾਂਗੇ। ਕਿਉਂਕਿ ਅੱਜ ਕੱਲ੍ਹ ਯੁੱਗ ਦਾ ਜ਼ਮਾਨਾ, ਕਿਸੇ ਦੀ ਕੋਈ ਜ਼ਬਾਨ ਨਹੀਂ, ਕਿਸੇ ਦਾ ਕੋਈ ਭਰੋਸਾ ਨਹੀਂ। ਪਰ ਉਸ ਇਨਸਾਨ ਨੇ ਇੰਨੀ ਵਧੀਆ ਜ਼ਿੰਦਗੀ 87 ਸਾਲ ਤੋਂ ਉੱਤੇ ਜਿੱਤੇ ਗਏ ਆ, ਦਮਨ ਤੇ ਕੋਈ ਦਾਗ ਨਹੀਂ ਰੱਖਣ ਦਿੱਤਾ। ਇਸ ਲਈ ਮੈਂ ਉਹਨਾਂ ਨੂੰ ਆਪਣੇ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਦੁੱਖ ਹੋਇਆ ਕਿ ਜਦੋਂ ਦੱਸਿਆ ਉਹਦੇ ਵੱਡੇ ਲੜਕੇ ਨੇ ਤੇ ਮੈਨੂੰ ਕਿਹਾ ਵੀ ਭੋਗ ਇਸ ਤਰੀਕ ਨੂੰ ਤੁਸੀਂ ਆਉਣਾ ਜ਼ਰੂਰ ਆ। ਤੇ ਅੱਜ ਮੈਂ ਚੰਡੀਗੜ੍ਹ ਜਾਣਾ ਸੀ ਤਾਂ ਮੈਂ ਪਹਿਲਾਂ ਹੀ ਉਹਨਾਂ ਬੰਦਿਆਂ ਨੂੰ ਕਹਿ ਦਿੱਤਾ ਸੀ ਵੀ ਮੈਂ ਸਰਦਾਰ ਸੰਤੋਖ ਸਿੰਘ ਦੀ ਅੰਤਮ ਅਰਦਾਸ ਕਰਾਂ। ਤੇ ਪਰ ਮੈਂ ਇਹ ਜ਼ਰੂਰ ਗੱਲ ਕਰਦਾ, ਠੀਕ ਹੈ, ਸਾਨੂੰ ਗੁਰਬਾਣੀ ਨੇ ਬਹੁਤ ਸਿੱਖਿਆ ਦਿੰਦੀ ਹੈ
ਪਰ ਮਾਂ-ਬਾਪ ਜਿਹੜੇ ਆ ਉਹਨਾਂ ਦੇ ਹੁੰਦੇ ਹੀ ਨਾ ਮਾਣ ਹੁੰਦਾ, ਬਾਅਦ ਵਿੱਚ ਇਨਸਾਨ ਫਿਰ ਉਹਨਾਂ ਨੂੰ ਯਾਦ ਕਰਦਾ। ਜਿਨ੍ਹਾਂ ਦੇ ਮਾਂ-ਬਾਪ ਚਲ ਗਏ ਪੁੱਛ ਕੇ ਉਹਨਾਂ ਨੂੰ ਵੀ ਇਹ ਬਾਪੂ ਦੇ ਸਿਰ ਤੇ ਸਭ ਕੁਝ ਮੱਲਾਂ ਮਾਰਦੇ। ਬਾਣੀ ਦੇ ਵਿੱਚ ਸਾਖੀ ਵੀ ਆਉਂਦੀ ਹੈ ਕੋਈ ਇੱਕ ਵਾਰੀ ਧਰਮਰਾਜ ਨੂੰ ਜਮਰਾਜ ਜੀ ਮਿਲ ਗਏ। ਜਮਰਾਜ ਜੀ ਜਦੋਂ ਅੰਦਰ ਬਣ ਲੱਗੇ ਤੇ ਸਾਤਨ ਦੇ ਵਿੱਚ ਗਰਭ ਭਗਵਾਨ ਜੀ ਬੈਠੇ ਤੇ ਸਾਤਨ ਦੇ ਉੱਤੇ ਕਬੂਤਰ ਬੈਠਾ ਸੀ। ਜਦੋਂ ਜਮਰਾਜ ਅੰਦਰ ਬਣ ਲੱਗਾ ਤੇ ਕਬੂਤਰ ਵੱਲ ਤੱਕਿਆ, ਅੰਦਰ ਚਲਾ ਗਿਆ। ਕਬੂਤਰ ਕਹਿੰਦਾ ਗਰੜ ਭਗਵਾਨ ਜੀ ਨੂੰ, ਗਰੜ ਜੀ ਡਰ ਲੱਗਦਾ ਜਮਰਾਜ ਬੜਾ ਹੋਤਰਾ ਵੇਖਦਾ ਗਿਆ ਕਿਤੇ ਮੌਤ ਹੀ ਨਾ ਆ ਜਾਏ। ਗਰੜ ਜੀ ਕਹਿੰਦੇ ਮੇਰੇ ਮੋਢਿਆਂ ਤੇ ਬੈਠ ਜਦ ਤੱਕ ਮੁੜ ਕੇ ਆਉਣਾ ਮੈਂ ਤੈਨੂੰ ਦੋਹਾਂ ਹੀ ਦੂਰ ਛੱਡਿਆ। ਜਦੋਂ ਜਮਰਾਜ ਧਰਮਰਾਜ ਨੂੰ ਮਿਲ ਕੇ ਵਾਪਸ ਆਇਆ, ਉਹ ਗਰੜ ਭਗਵਾਨ ਜੀ ਨੂੰ ਪੁੱਛਦਾ, ਗਰੜ ਜੀ ਇੱਥੇ ਸਾਤਨ ਦੇ ਉੱਤੇ ਕਬੂਤਰ ਬੈਠਾ ਸੀ, ਉਹ ਕਿੱਥੇ ਗਿਆ? ਉਹ ਕਹਿੰਦਾ ਜਮਰਾਜ ਜੀ ਤੁਸੀਂ ਜਾਂਦੇ ਹੀ ਦੇਖਦੇ ਗਏ ਹੋ, ਹੁਣ ਵੀ ਪੁੱਛਦੇ ਹੋ, ਕਾਰਨ ਕੀ ਹੈ? ਜਮਰਾਜ ਜੀ ਕਹਿੰਦਾ ਮੈਂ ਇਹ ਸੋਚ ਰਿਹਾ ਸੀ ਕਿ ਇਹਦੇ ਮੌਤ ਦਾ ਸਮਾਂ ਬਹੁਤ ਲੱਗ ਗਿਆ, ਜਿਹੜਾ ਮੌਤ ਦਾ ਸਥਾਨ ਆ ਬਹੁਤ ਦੂਰ ਹੈ, ਤੇ ਕਿੱਦਾਂ ਤੈਅ ਕਰੇ? ਤੇ ਗਰੜ ਭਗਵਾਨ ਜੀ ਨੇ ਮੱਥੇ ਤੇ ਹੱਥ ਮਾਰ ਕੇ ਕਹਿੰਦੇ ਮੈਨੂੰ ਛੱਡ ਗਿਆ। ਗਰੜ ਭਗਵਾਨ ਨੇ ਉਹਨੇ ਛੱਡਿਆ, ਥੱਲੇ ਪੱਥਰ ਦੇ ਥੱਲੇ ਬਿੱਲਾ ਬੈਠਾ ਸੀ, ਉਹਦੀ ਝਪਟ ਮਾਰੀ, ਕਬੂਤਰ ਖਾ ਗਿਆ। ਗੱਲ ਇਹ ਸਾਖੀ ਚ ਜਦੋਂ ਇਨਸਾਨ ਜੰਮਦਾ ਉਹਦਾ ਜਨਮ ਮਰਨ ਮੁੱਢ ਤੋਂ ਲਿਖਿਆ, ਕਦੋਂ ਸਮਾਂ ਤੇ ਕਿਹੜਾ ਸਥਾਨ ਕਿੱਥੇ ਕੀ ਕਰਦੇ ਹਨ। ਅੱਜ ਸਰਦਾਰ ਸੰਤੋਖ ਸਿੰਘ ਜੀ 87 ਸਾਲ ਤੋਂ ਉੱਤੇ ਸਾਡੇ ਸਮਾਜ ਵਿੱਚ ਵਿਚਰ ਕੇ ਗਏ, ਲੋਕੀ ਯਾਦ ਕਰਨਗੇ ਔਰ ਉਹਨਾਂ ਦੀਆਂ ਪੈੜਾਂ ਦੇ ਚੱਲਣਗੇ। ਔਰ ਮੈਂ ਇੱਕੋ ਹੀ ਪਰਮਾਤਮਾ ਅੱਗੇ ਅਰਦਾਸ ਕਰਦਾ, ਜਿਸ ਤਰ੍ਹਾਂ ਸਰਦਾਰ ਸੰਤੋਖ ਸਿੰਘ ਹੁੰਦੇ ਆ, ਪਰਿਵਾਰ ਦੀ ਇੰਨਾ ਪਿਆਰ ਹੈ, ਭਰਾਵਾਂ 'ਚ ਇਕੱਠੇ ਰਹੇ ਹੋ, ਤੇ ਗਾਂ ਇਸੇ ਤਰ੍ਹਾਂ ਇਸ ਯੂਨਿਟੀ ਦਾ ਲੋਕਾਂ ਨੂੰ, ਸਮਾਜ ਨੂੰ ਇੱਕ ਸੇਧ ਦੇਣੀ ਹੈ। ਲੋਕੀ ਤੁਹਾਨੂੰ ਵੀ ਵੇਖ ਕੇ ਲੋਕਾਂ ਨੂੰ ਦੱਸਣ ਕਿ ਮਾਸਟਰ ਸੰਤੋਖ ਸਿੰਘ ਦਾ ਪਰਿਵਾਰ ਹੈ, ਪਟਵਾਰੀ ਹੈ। ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਰਦਾਰ ਸੰਤੋਖ ਸਿੰਘ ਜੀ ਹੋਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ। ਵੱਖ-ਵੱਖ ਮਹਿਕਮਿਆਂ ਤੋਂ ਸਾਰੇ ਆਏ ਹੋਏ ਅਫਸਰ ਸਾਹਿਬਾਨ, ਸਾਰੇ ਅੱਜ ਇਸ ਦੁੱਖ ਦੀ ਘੜੀ ਪਰਿਵਾਰ ਦੇ ਨਾਲ ਸ਼ਰੀਕ ਨੇ। ਆਖਰ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਪਵਨ ਕੁਮਾਰ ਜੀ ਟਿੰਨੂ ਜੀ, MLA ਹਲਕਾ ਆਦਮਪੁਰ, ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਉਹ ਆ ਕੇ ਪਰਿਵਾਰ ਦੇ ਨਾਲ ਅੱਜ ਦੀ ਇਸ ਦੁੱਖ ਦੀ ਘੜੀ ਆਪਣੇ ਜੋ ਬੋਲ ਹੈ ਉਹ ਸਾਂਝੇ ਕਰਨ। ਪਵਨ ਕੁਮਾਰ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਗੇ ਪਵਿੱਤਰ ਹਜ਼ੂਰੀ ਜੀ ਕੋਲ ਬੈਠੀ ਸਾਧ ਸੰਗਤ ਦੀ ਫਤਿਹ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਆਇਆ ਸੋਚਿਆ ਸੀ ਸਭ ਕੋਈ ਆਈ ਵਾਲੇ। ਇਸ ਸੰਸਾਰ ਦੇ ਉੱਤੇ ਜਿਹੜਾ ਵੀ ਜੀਵ ਜੰਤੂ, ਇਨਸਾਨ, ਜਾਨਵਰ ਆਉਂਦਾ, ਉਹਨੇ ਉੱਤੇ ਜਾਣਾ ਹੈ। ਗੁਰਬਾਣੀ ਆਪਾਂ ਨੂੰ ਹਰ ਸਵਾਲ ਦਾ ਜਵਾਬ ਜੋ ਜੋ ਸੋਬਿੰਸ ਪਰਵਾਜ ਕੇ ਜਿਹੜੀ ਚੀਜ਼ ਪੈਦਾ ਵੀ ਹੋਈ ਹੈ ਉਹਦਾ ਵੀ ਵਿਨਾਸ਼ ਹੈ। ਕਿ ਦੁਨੀਆ ਸੰਸਾਰ ਪਰਿਵਰਤਨਸ਼ੀਲ ਹੈ। ਇਹ ਧਰਤੀ ਵੀ ਬਦਲ ਰਹੀ ਹੈ, ਧਰਤੀ ਦੇ ਉੱਤੇ ਜੀਵ ਜੰਤੂ ਜਿਹੜੇ ਆਪਣੇ ਵਰਗੇ ਇਨਸਾਨ ਇਹ ਵੀ ਬਦਲੀ ਜਾਂਦੇ। ਇਨਸਾਨ ਆਪਣੀ ਮਰਜ਼ੀ ਨਾਲ ਨਾ ਜਨਮ ਲੈ ਸਕਦਾ ਹੈ, ਨਾ ਉਹਦੀ ਅੰਤ ਹੁੰਦਾ। ਕਿਸੇ ਨੇ ਕਿਹਾ ਵੀ ਇੱਕ ਕਿਤਾਬ ਹੈ ਜਿਹਦੇ ਪਹਿਲੇ ਪੰਨੇ ਤੇ ਬਰਥ ਤੇ ਆਖਰੀ ਪੰਨੇ ਤੇ ਡੈਥ, ਮੌਤ ਦੀ ਗੱਲ। ਵਿਚਕਾਰ ਦੇ ਪੰਨਿਆਂ ਤੇ ਉਸ ਇਨਸਾਨ ਨੇ ਜਨਮ ਲੈਣ ਤੋਂ ਬਾਅਦ ਕੀ ਕਰਨਾ ਹੈ, ਕੀ ਲਿਖਣਾ ਹੈ, ਤੇ ਉਹਦੇ ਵਸ ਵਿੱਚ ਉਸ ਅਕਾਲ ਪੁਰਖ ਨੂੰ ਛੱਡਿਆ। ਉਹ ਕਿੱਦਾਂ ਦੀ ਐਜੂਕੇਸ਼ਨ ਦਿੰਦਾ,
ਕਿੱਦਾਂ ਦੇ ਮਾਸ਼ਰੇ ਵਿੱਚ ਆਉਂਦਾ, ਵਿਚਰਦਾ, ਕੀ ਸਿੱਖਦਾ, ਕੀ ਰੱਖਦਾ, ਕੀ ਸਿੱਖਦਾ, ਇਹ ਉਹਦੇ ਤੇ ਨਿਰਭਰ ਕਰਦਾ। ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਮਾਸਟਰ ਸੰਤੋਖ ਸਿੰਘ ਜੀ ਦੀ ਅੰਤਿਮ ਅਰਦਾਸ ਵਿੱਚ ਬੈਠੇ। ਜਿਵੇਂ ਮੇਰੇ ਵੱਡੇ ਵੀਰ ਕਮਲਜੀਤ ਸਿੰਘ ਲਾਲੀ ਸਾਹਿਬ ਦੱਸ ਕੇ ਗਏ, ਮੈਂ ਉਹਨਾਂ ਦੀਆਂ ਗੱਲਾਂ ਨੂੰ ਵੀ ਉਹਦੀ ਤਾਰੀਫ ਕਰ, ਕਿਉਂਕਿ ਬਹੁਤ ਚੰਗੇ ਸ਼ਬਦਾਂ ਤੋਂ ਹੋ ਉਹਨਾਂ ਦੇ ਬਾਰੇ ਦੱਸਦੇ। ਮੈਂ ਸਮਝਦਾ, ਕਿਉਂਕਿ ਜਿਸ ਦਿਨ ਅਸੀਂ ਅਫਸੋਸ ਤੇ ਵੀ ਗਏ, ਉਹਨਾਂ ਦੇ ਦਰਸ਼ਨ ਵੀ ਅਨੇਕਾਂ ਵਾਰ ਮੈਂ ਕੀਤੇ, ਬਹੁਤ ਗੱਲਾਂ ਵੀ ਉਹਨਾਂ ਦੀਆਂ ਸੁਣੀਆਂ। ਮੈਂ ਸਮਝਦਾ ਵੀ ਉਹ ਆਪਣਾ ਜੀਵਨ ਜਿਹੜਾ ਹੈ ਨਾ ਸੰਪੂਰਨ ਕਰਕੇ ਗਏ। ਜ਼ਿੰਦਗੀ 'ਚ ਮਿਲੀਆਂ ਔਕੜਾਂ, ਤਕਲੀਫਾਂ, ਮੁਸ਼ਕਿਲਾਂ ਦਾ ਸਾਹਮਣਾ ਵੀ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਨਮ ਹੁੰਦਾ, ਪਾਰਟੀਸ਼ਨ ਵੀ ਦੇਖਦੇ ਆ, ਵੰਡ ਵੀ ਦੇਖਦੇ ਆ ਦੇਸ਼ ਦੀ, ਤੇ ਅੱਜ ਦਾ ਦੌਰ ਵੀ ਦੇਖ ਕੇ ਗਏ। ਮੁਸ਼ਕਿਲ ਹਾਲਾਤਾਂ ਵਿੱਚੋਂ ਲੰਘੇ, ਪੜ੍ਹਾਈ ਹਾਸਲ ਕੀਤੀ, ਫਿਰ ਪੜ੍ਹਾਉਣ ਦੀ ਸੇਵਾ ਕੀਤੀ, ਯਾਨੀ ਨੇਸ਼ਨ ਬਿਲਡਿੰਗ ਦਾ ਕੰਮ ਹੈ। ਬਹੁਤ ਮਹਾਨ ਕਾਰਜ ਆ ਪੜ੍ਹਾਉਣ ਦਾ ਕੰਮ, ਵੱਡਾ ਕੰਮ ਹੈ ਸਾਰਿਆਂ ਦਾ, ਉਹ ਵੀ ਨਿਭਾਇਆ। ਤੇ ਨਾਲ ਨਾਲ ਪਰਿਵਾਰ ਨੂੰ ਵੀ ਇਕੱਠਿਆਂ ਰੱਖਿਆ, ਇਤਫਾਕ 'ਚ ਰੱਖਿਆ, ਕਦਰਾਂ ਕੀਮਤਾਂ, ਸਿਧਾਂਤ ਸਾਰੇ ਸਿਖਾਏ ਜ਼ਿੰਦਗੀ ਵਿੱਚ ਵਿਚਰਨ। ਇੱਥੇ ਸਰਦਾਰ ਕਮਲਜੀਤ ਸਿੰਘ ਜੀ, ਡਾਕਟਰ ਓਮਕਾਰ ਸਿੰਘ ਜੀ, ਸਰਦਾਰ ਗੁਰਆਗਿਆਪਾਲ ਸਿੰਘ ਜੀ, ਉਹਨਾਂ ਦੀ ਭੈਣ ਜੀ, ਸਾਰੇ ਬੈਠੇ। ਤੁਸੀਂ ਕਿਸੇ ਨੂੰ ਵੀ ਮਿਲ ਲਓ, ਬੱਚਿਆਂ ਨੂੰ ਅੱਗੋਂ ਮਿਲ ਲਓ, ਤੁਹਾਨੂੰ ਸੰਸਕਾਰ ਨਜ਼ਰ ਆਉਣਗੇ। ਉਹਨਾਂ ਨਾਲ ਗੱਲ ਕਰਦੇ ਆ, ਉਹਨਾਂ ਨਾਲ ਬੈਠ ਸਿੱਖਿਅਤ ਨਜ਼ਰ ਆਉਂਦੇ ਆ ਬੱਚੇ ਵੀ, ਪਰਿਵਾਰ ਤੋਂ। ਇਹ ਉਹਨਾਂ ਦੀ ਦੇਣ ਆ ਮਾਸਟਰ ਸੰਤੋਖ ਸਿੰਘ। ਇਹੀ ਗੁਣ ਆਪਣੇ ਵਿਦਿਆਰਥੀਆਂ ਵੀ ਭਰੇ, ਕਿਉਂਕਿ ਜਿੱਦਾਂ ਦੀ ਬੰਦੇ ਦੀ ਆਦਤ ਹੁੰਦੀ, ਉਹਨੇ ਬਾਹਰ ਅੰਦਰ ਉਹੀ ਹੋਕਾ ਦੇਣਾ, ਉਹਨੇ ਉਹੀ ਖੁਸ਼ਬੂ ਛੱਡਣੀ ਹੈ। ਤਾਂ ਕਿੰਨੇ ਕਾਬਲ ਵਿਦਿਆਰਥੀ ਉਹਨਾਂ ਕੋਲ ਪੜ੍ਹ ਕੇ ਚੰਗੇ ਚੰਗੇ ਸਥਾਨਾਂ 'ਤੇ ਕਾਮਯਾਬ ਹੋਏ। ਉਹਨਾਂ ਸਾਰਿਆਂ ਵੱਲੋਂ ਅੱਜ ਅਸੀਂ ਸਾਰੇ ਬੈਠੇ। ਠੀਕ ਆ, 83 ਸਾਲ 7 ਮਹੀਨੇ ਦੀ ਉਮਰ ਆ। ਉੱਦਾਂ ਤਾਂ ਅੱਜ ਦੇ ਦੌਰ 'ਚ 100 ਸਾਲ ਦੇ 100 ਸਾਲ ਤੋਂ ਉੱਪਰ ਵੀ ਲੋਕ ਬਜ਼ੁਰਗ ਜੀਂਦੇ ਆ, ਅਤੇ ਕਈ ਵਿਚਾਰੇ 40-50 ਸਾਲ 'ਚ ਚਲੇ ਜਾਂਦੇ। ਇਹ ਉਮਰ ਦਾ ਸਾਰਾ ਖਾਤਾ ਜਿਹੜਾ ਉਹ ਸਕਾਰਾਤਮਕ ਹੈ। ਜਿੰਨਾ ਜੀਵਨ ਮਿਲਦਾ, ਉਸ ਜੀਵਨ 'ਚ ਆਪਾਂ ਲਿਖਦੇ ਕੀ ਆ, ਕਰਦੇ ਕੀ ਆ, ਇਹ ਜ਼ਿਆਦਾ ਨਿਰਭਰ ਹੈ। ਅਤੇ ਮੈਂ ਸਮਝਦਾ ਮਾਸਟਰ ਜੀ ਬਹੁਤ ਸਫਲ ਜੀਵਨ ਨਿਭਾ ਕੇ ਗਏ ਆ। ਧਾਰਮਿਕ ਤੌਰ 'ਤੇ ਵੀ ਸੇਵਾਵਾਂ ਕੀਤੀਆਂ, ਦਸਾਂ ਨੌਂ ਦੀ ਕਿਰਤ ਵੀ ਕੀਤੀ, ਵਿਦਿਆ ਦਾ ਦਾਨ ਵੀ ਬਖਸ਼ਿਆ ਸੰਗਤ ਨੂੰ, ਸਾਰੇ ਇਲਾਕੇ ਨੂੰ, ਅਤੇ ਪਰਿਵਾਰ ਨੂੰ ਇਕੱਠਿਆਂ ਵੀ ਰੱਖਿਆ, ਅਤੇ ਭਾਈਚਾਰੇ 'ਚ ਖੁਸ਼ਬੂ ਵੀ ਵੰਡਿਆ ਵੀ, ਪਿਆਰ ਵੀ ਵੰਡਿਆ। ਸਫਲ ਜੀਵਨ ਹੈ। ਇੱਦਾਂ ਦਾ ਜੀਵਨ ਬਹੁਤੇ ਲੋਕਾਂ ਦਾ ਨਹੀਂ ਹੁੰਦਾ। ਅਰਦਾਸ ਕਰੀਏ ਆਪਾਂ ਵੀ ਉਸ ਸ਼ਖਸੀਅਤ ਕੋਲੋਂ, ਇਸ ਪਰਿਵਾਰ ਕੋਲੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰੀਏ, ਆਪਾਂ ਨੂੰ ਵੀ ਪ੍ਰੇਰਨਾ ਮਿਲੇ। ਅਤੇ ਪ੍ਰੇਰਨਾ ਸਭਾ ਮੈਂ ਸਮਝਦਾ। ਸੋ ਕਿੰਨੇ ਸਾਡੇ ਸਮਾਜ ਦੇ ਵਿੱਚੋਂ ਅਲੱਗ ਵਰਗਾਂ ਵਿੱਚੋਂ, ਸੈਕਸ਼ਨ ਦੇ ਵਿੱਚੋਂ ਇਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਮੈਂ ਆਪਣੇ ਵੱਲੋਂ ਵੀ, ਆਪਣੇ ਪਰਿਵਾਰ ਵੱਲੋਂ ਵੀ ਉਸ ਮਹਾਨ ਸ਼ਖਸੀਅਤ ਜਿਹੜੇ ਸਾਨੂੰ ਛੱਡ ਕੇ ਚਲੇ ਗਏ, ਉਹਨਾਂ ਨੂੰ ਮਹਾਰਾਜ ਕਾਲਪੁਰਖ ਆਪਣੇ ਚਰਨਾਂ 'ਚ ਨਿਵਾਸ ਦੇ, ਉਹਨਾਂ ਨੂੰ ਸ਼ਰਧਾ ਤੋਂ ਫਿਰ ਫੁੱਲ ਭੇਟ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ।